ਅੱਜ ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਜੂਝ ਰਹੀ ਹੈ। ਇਸ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਲਗਾਤਾਰ ਕੋਸ਼ਿਸ਼ ਕਰ ਰਹੀਆਂ ਹਨ। ਪਰੰਤੂ ਹੁਣ ਤੱਕ ਜਾਰੀ ਇਸ ਜੰਗ ਵਿੱਚ ਸਾਨੂੰ ਕੁਝ ਅਜਿਹੀ ਗੱਲਾਂ ਦਾ ਪਤਾ ਲੱਗਿਆ ਹੈ, ਜੇਕਰ ਕੋਈ ਸਰਕਾਰ ਇਨ੍ਹਾਂ ਕਦਮਾਂ ਤੇ ਚੱਲੇ ਤਾਂ ਬਹੁਤ ਹੀ ਵਧੀਆ ਨਤੀਜੇ ਸਾਹਮਣੇ ਆ ਸਕਦੇ ਹਨ। ਉਦਾਹਰਣ ਦੇ ਤੌਰ ਤੇ ਸਾਊਥ ਕੋਰੀਆ ਦਾ ਹੀ ਕੇਸ ਲੈ ਲਓ। ਇੱਕ ਸਮਾਂ ਸੀ ਜਦੋਂ ਸਾਊਥ ਕੋਰੀਆ ਵਿੱਚ ਹਰ ਦਿਨ ਕੋਰੋਨਾ ਵਾਇਰਸ ਦੇ ਕਰੀਬ 900 ਮਰੀਜ਼ ਮਿਲਦੇ ਸਨ, ਪਰੰਤੂ ਹੁਣ ਲਗਭਗ 1 ਮਹੀਨੇ ਤੋਂ ਸਾਊਥ ਕੋਰੀਆ ਵਿੱਚ ਰੋਜ਼ਾਨਾ ਮਿਲਣ ਵਾਲੇ ਮਰੀਜ਼ਾਂ ਦੀ ਗਿਣਤੀ 100 ਤੋਂ ਵੀ ਘੱਟ ਹੋ ਗਈ ਹੈ। ਸਾਊਥ ਕੋਰੀਆ ਦੀ ਇਸ ਸਫਲਤਾ ਦਾ ਕਾਰਨ ਉਸ ਦੀ ਮੈਸਿਵ ਟੈਸਟਿੰਗ ਪਾਲਿਸੀ ਨੂੰ ਦੱਸਿਆ ਜਾ ਰਿਹਾ ਹੈ। ਮਾਰਚ ਦੇ ਵਿਚਕਾਰ ਸਾਊਥ ਕੋਰੀਆ ਨੇ ਲਗਭਗ 2,70,000 ਲੋਕਾਂ ਤੇ ਕੋਰੋਨਾ ਦਾ ਟੈਸਟ ਕਰ ਲਿਆ ਸੀ। ਜੇਕਰ ਗੱਲ ਭਾਰਤ ਦੀ ਕਰੀਏ ਤਾਂ ਇੱਥੇ ਸਾਨੂੰ ਸੂਬਾ ਪੱਧਰ ਉੱਤੇ ਕਾਫੀ ਅਸਮਾਨਤਾ ਵੇਖਣ ਨੂੰ ਮਿਲਦੀ ਹੈ, ਜਿੱਥੇ ਇੱਕ ਪਾਸੇ 2 ਕਰੋੜ ਦੀ ਆਬਾਦੀ ਵਾਲੀ ਦਿੱਲੀ ਪ੍ਰਤੀ 10 ਲੱਖ ਲੋਕਾਂ ਉੱਤੇ 1976 ਟੈਸਟ ਕਰਕੇ ਦੇਸ਼ ਵਿੱਚ ਸਭ ਤੋਂ ਪਹਿਲੀ ਕਤਾਰ ਵਿੱਚ ਆ ਗਈ है। अगर हम टेस्टिंग नहीं करेंगे हमें पता ही नहीं चलेगा कि कौन संक्रमित हो गया, कौन इन्फेक्ट हो गया और कौन इन्फेक्ट नहीं हुआ। इसको अब हम बहुत बड़े स्तर के ऊपर साउथ कोरिया की तरह करने जा रहे हैं। ਤਾਂ ਉੱਥੇ ਹੀ 20 ਕਰੋੜ ਦੀ ਆਬਾਦੀ ਵਾਲੇ ਉੱਤਰ ਪ੍ਰਦੇਸ਼ ਵਿੱਚ ਪ੍ਰਤੀ 10 ਲੱਖ ਲੋਕਾਂ ਤੇ ਮਹਿਜ਼ 200 ਟੈਸਟ ਹੀ ਹੋ ਰਹੇ ਹਨ। ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਇੱਥੇ ਵੀ ਹਾਲ ਠੀਕ ਵੇਖਣ ਨੂੰ ਨਹੀਂ ਮਿਲ ਰਹੇ। 2 ਕਰੋੜ 80 ਲੱਖ ਦੀ ਆਬਾਦੀ ਵਾਲੇ ਪੰਜਾਬ ਵਿੱਚ ਪ੍ਰਤੀ 10 ਲੱਖ ਲੋਕਾਂ ਪਿੱਛੇ ਸਿਰਫ 291 ਟੈਸਟ ਹੋ ਰਹੇ ਹਨ। ਕੇਜਰੀਵਾਲ ਦੀ ਦਿੱਲੀ ਸਰਕਾਰ ਸਿਰਫ ਟੈਸਟਿੰਗ ਹੀ ਨਹੀਂ ਸਗੋਂ ਵੱਖ-ਵੱਖ ਕੰਮਾਂ ਨੂੰ ਵੀ ਬੜੀ ਬਿਹਤਰੀ ਨਾਲ ਕੰਮ ਕਰਦੀ ਨਜ਼ਰ ਆ ਰਹੀ ਹੈ। ਕੇਜਰੀਵਾਲ ਸਰਕਾਰ ਨੇ ਹਾਲ ਹੀ ਵਿੱਚ ਕੋਰੋਨਾ ਵਾਇਰਸ ਨਾਲ ਲੜਨ ਲਈ ਪਲਾਜ਼ਮਾ ਤਕਨੀਕ ਦਾ ਇਸਤੇਮਾਲ ਕਰਨਾ ਸ਼ੁਰੂ ਕੀਤਾ ਹੈ। ਪਲਾਜ਼ਮਾ ਤਕਨੀਕ ਵਿੱਚ ਕੋਰੋਨਾ ਵਾਇਰਸ ਤੋਂ ਠੀਕ ਹੋਏ ਮਰੀਜ਼ ਆਪਣਾ ਪਲਾਜ਼ਮਾ ਦਾਨ ਕਰਕੇ ਦੂਸਰਿਆਂ ਦੀ ਮਦਦ ਕਰ ਰਹੇ ਹਨ। ਦਿੱਲੀ ਵਿੱਚ ਹੁਣ ਤੱਕ ਇਹ ਕੋਸ਼ਿਸ਼ ਕਈ ਲੋਕਾਂ ਦੀ ਜਾਨ ਬਚਾਉਣ ਵਿੱਚ ਮਦਦਗਾਰ ਸਾਬਤ हुई है। मैडम, जब मैंने अरविंद केजरीवाल जी को देखा और उनकी न्यूज मैंने सुनी कि भाई आप प्लाज्मा देके कई लोगों की जिंदगी को बचा सकते हैं, तो ये मुझे बहुत ज्यादा खुशी हुई और मैं बहुत ज्यादा उत्साहित हुआ कि आज मेरा प्लाज्मा मेरे देश के किसी भाई के काम आएगा। ਕੇਜਰੀਵਾਲ ਸਰਕਾਰ ਨੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਆਪਰੇਸ਼ਨ ਸ਼ੀਲਡ ਚਲਾ ਕੇ ਵੀ ਨਵੀਂ ਮਿਸਾਲ ਕਾਇਮ ਕੀਤੀ ਹੈ। आपकी तकलीफों को कम करने के लिए जो भी हमसे बन पड़ेगा हम सब करेंगे। आपके घर घर तक एसेंशियल सर्विसेज पहुंचाने की कोशिश करेंगे। ਇੱਕ ਸਮਾਂ ਕੋਰੋਨਾ ਵਾਇਰਸ ਦਾ ਹੌਟਸਪੌਟ ਬਣ ਚੁੱਕਿਆ ਦਿੱਲੀ ਦਾ ਦਿਲਸ਼ਾਦ ਗਾਰਡਨ ਆਪਰੇਸ਼ਨ ਸ਼ੀਲਡ ਤੋਂ ਬਾਅਦ ਕੋਰੋਨਾ ਨੂੰ ਰੋਕਣ ਵਿੱਚ ਸਫਲ ਹੋ ਸਕਿਆ। ਆਪਰੇਸ਼ਨ ਸ਼ੀਲਡ ਸਿਰਫ ਭਾਰਤ ਹੀ ਨਹੀਂ ਸਗੋਂ ਦੁਨੀਆ ਭਰ ਲਈ ਕੋਰੋਨਾ ਵਾਇਰਸ ਨਾਲ ਲੜਨ ਦਾ ਇੱਕ ਨਾਯਾਬ ਉਦਾਹਰਣ ਹੈ। ਇਸ ਆਪਰੇਸ਼ਨ ਦੇ ਤਹਿਤ ਕੋਰੋਨਾ ਹੌਟਸਪੌਟ ਬਣ ਚੁੱਕੇ ਇਲਾਕਿਆਂ ਵਿੱਚ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੀ ਪਹਿਚਾਣ ਕੀਤੀ ਜਾ ਸਕਦੀ ਹੈ ਅਤੇ ਸੁਨਿਸ਼ਚਿਤ ਕੀਤਾ ਜਾਂਦਾ ਹੈ ਕਿ ਉਹ ਕਿਸੇ ਤੰਦਰੁਸਤ ਵਿਅਕਤੀ ਦੇ ਸੰਪਰਕ ਵਿੱਚ ਨਾ ਆਵੇ। ਇੱਥੋਂ ਤੱਕ ਕਿ ਘਰ ਤੱਕ ਪੁੱਜਣ ਵਾਲੇ ਦੁੱਧ ਅਤੇ ਭੋਜਨ ਦੀ ਸਮੱਗਰੀ ਉੱਤੇ ਵੀ ਨਜ਼ਰ ਰੱਖੀ ਜਾਂਦੀ ਹੈ। ਇਨ੍ਹਾਂ तमाम ਕੋਸ਼ਿਸ਼ਾਂ ਨਾਲ ਦਿੱਲੀ ਕੋਰੋਨਾ ਵਾਇਰਸ ਨੂੰ ਰੋਕਣ ਵਿੱਚ ਸਫਲ ਹੁੰਦੀ ਨਜ਼ਰ ਆ ਰਹੀ ਹੈ। ਪਰੰਤੂ ਦਿੱਲੀ ਦੀ ਸਫਲਤਾ ਸਿਰਫ ਕੋਰੋਨਾ ਵਾਇਰਸ ਨੂੰ ਰੋਕਣ ਤੱਕ ਸੀਮਿਤ ਨਹੀਂ ਹੈ। ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਤੰਦਰੁਸਤ ਹੋਣ ਦੀ ਰਫ਼ਤਾਰ ਵੀ ਦਿੱਲੀ ਵਿੱਚ ਬਹੁਤ ਬਿਹਤਰ ਹੈ, ਜਿੱਥੇ ਇੱਕ ਪਾਸੇ ਗੁਜਰਾਤ ਵਰਗੇ ਸੂਬੇ ਵਿੱਚ कोरोना ਦੇ 10% मरीज भी ठीक नहीं हो पाते। और कोरोना वायरस से भारत के बड़े बड़े शहर रेड जोन बन गए हैं। गुजरात भी ऐसा ही एक राज्य है। इस खतरनाक संक्रमण के फैलने की रफ्तार इतनी तेज हो गई कि अब सरकार से संभाले नहीं संभल रही स्थिति। ਉੱਥੇ ਹੀ ਦਿੱਲੀ ਵਿੱਚ ਕੋਰੋਨਾ ਦੇ 32 ਤੋਂ 34% ਮਰੀਜ਼ ਬਿਲਕੁਲ ਤੰਦਰੁਸਤ ਹੋ ਜਾਂਦੇ ਹਨ। ਇੱਥੇ ਇਸ ਗੱਲ ਨੂੰ ਮੰਨਣਾ ਹੋਵੇਗਾ ਕਿ ਪਿਛਲੇ 5.5 ਸਾਲਾਂ ਵਿੱਚ ਕੇਜਰੀਵਾਲ ਸਰਕਾਰ ਨੇ ਜਿਸ ਤਰ੍ਹਾਂ ਸਿਹਤ ਬਜਟ ਵਧਾਇਆ ਹੈ, ਅੱਜ ਉਸ ਦਾ ਫਾਇਦਾ ਦਿੱਲੀ ਵਾਸੀਆਂ ਨੂੰ ਭਰਪੂਰ ਮਿਲ ਰਿਹਾ ਹੈ।